ਸਾਡਾ ਸ਼ੋਸ਼ਣ ਬੰਦ ਕਰੋ, ਸਾਡਾ ਸ਼ੋਸ਼ਣ ਬੰਦ ਕਰੋ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਇੱਥੇ ਗੈਸਟ ਫੈਕਲਟੀ ਟੀਚਰਸ ਲਈ ਇਕੱਠੇ ਹੋਏ ਆ। ਮੈਂ ਆਮ ਆਦਮੀ ਪਾਰਟੀ ਵੱਲੋਂ ਔਰ ਐਜ਼ ए ਸੋਸ਼ਲ ਵਰਕਰ ਔਰ ਇੱਕ ਐਜੂਕੇਸ਼ਨ ਦੇ ਪ੍ਰੇਮੀ ਦੇ ਨਾਤੇ ਇਹਨਾਂ ਨਾਲ ਇੱਥੇ ਆਇਆ। ਔਰ ਜਿਹੜੀਆਂ ਸਮੱਸਿਆਵਾਂ ਆਲਰੇਡੀ ਬਹੁਤੀਆਂ ਸਮੱਸਿਆਵਾਂ ਅਖਬਾਰਾਂ 'ਚ ਪੜ੍ਹਦੇ ਪਏ ਸੀਗੇ। ਲਗਾਤਾਰ ਅਸੀਂ ਬੇਰੁਜ਼ਗਾਰ ਟੀਚਰਾਂ ਦਾ ਔਰ ਹੁਣ ਮੈਂ ਅੱਜ ਜਿਹੜਾ ਮੈਨੂੰ ਇਹ ਪ੍ਰੋਫੈਸਰ ਜਿੰਨੇ ਹੈਗੇ ਆ ਗੈਸਟ ਫੈਕਲਟੀ ਟੀਚਰ ਜਿੰਨੇ ਹੈਗੇ ਇੱਥੇ, ਮੈਨੂੰ ਜਦੋਂ ਇਹਨਾਂ ਦੀ ਸਮੱਸਿਆ ਪਤਾ ਲੱਗੀ ਮੈਂ ਬੜਾ ਹੈਰਾਨ ਹੈ। ਔਰ ਜਿਹੜੀ ਆ ਸਰਕਾਰ ਹੁਣ ਇਹ 2 ਮਹੀਨੇ ਦੇ ਲਈ ਲੋਕਾਂ ਨੂੰ ਲੋਕ ਲੁਹਾਣੇ ਲੈ ਕੇ ਆਈ ਹੈ, ਪੈਕੇਜ ਲੈ ਕੇ ਆਈ ਹੈ। ਔਰ ਇੱਕ ਕਿਹਾ ਉਹਨਾਂ ਨੂੰ ਇੰਨੀ ਮਰਸੀ ਜਾਂ ਇੰਨੀ ਉਹਨਾਂ ਦੇ ਵਿੱਚ ਦਇਆ ਭਾਵ ਨਹੀਂ ਹੈਗਾ ਵੀ ਜਿਹੜਾ ਇੱਕ ਆਪਣੇ ਜਿੰਦ ਜਾਨ ਜਿਹਨੇ ਦਿੱਤੀ ਹੋਇਆ ਉਹਨੂੰ ਪੜ੍ਹਾਈ ਨੂੰ, ਔਰ 15 ਸਾਲ ਤੋਂ 10 ਸਾਲ ਤੋਂ 12 ਸਾਲ ਤੋਂ ਲਗਾਤਾਰ ਟੀਚਰ ਹੈ, ਉਹਨੂੰ ਕਿੱਦਾਂ ਰਿਪਲੇਸ ਕਰ ਸਕਦੇ ਆ। ਅਗਰ ਇਹਨਾਂ ਨੇ ਭਰਤੀਆਂ ਕਰਨੀਆਂ ਤਾਂ ਪਹਿਲਾ ਹੱਕ ਉਹਨਾਂ ਦਾ ਬਣਦਾ। ਔਰ ਮੈਂ ਆਮ ਆਦਮੀ ਪਾਰਟੀ ਵੱਲੋਂ ਇੱਕ ਕਾਰਿਆਕਰਤਾ ਦੇ ਤੌਰ ਤੇ ਵੀ ਗੱਲ ਕਰਦਾ, ਇਹਨਾਂ ਦੀ ਬਿਲਕੁਲ ਮੰਗ ਜਾਇਜ਼ ਹੈ। ਔਰ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਆ ਰਹੀ ਹੈ, ਹਰ ਹਾਲ 'ਚ ਆ ਰਹੀ ਹੈ, ਉਹ ਬਹੁਮਤ ਦੇ ਨਾਲ ਆ ਰਹੀ ਹੈ। ਲੋਕ ਫੈਸਲਾ ਕਰ ਚੁੱਕੇ ਆ, ਉਹਨਾਂ ਨੂੰ ਪਤਾ ਇੱਦਾਂ ਦੇ ਫੈਸਲੇ ਜਿਹੜੇ ਵਾਈਜ਼ ਫੈਸਲੇ ਆ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਨੇ ਤਾਂ ਰਾਜਨੀਤੀ ਕਰਨੀ ਹੈ। ਅਰਵਿੰਦ ਕੇਜਰੀਵਾਲ ਜੀ ਦਿੱਲੀ 'ਚ ਰਾਜਨੀਤੀ ਨਹੀਂ ਕਰ ਰਹੇ, ਉਹ ਦੇਖਦੇ ਐਕਚੁਅਲੀ ਕੀ ਚਾਹੀਦਾ। तो वो जो फैसला है वो सिर्फ वही कर सकते हैं। और मैं आस करदा भी अगर ये सरकार चन्नी साहब नूं चाहिदा इन्हों पहल के आधार पर टीचर्स नूं लो, ना किसी नूं तंग करो। ये टीचर का 10 साल का कितनी मैंटल हरासमेंट होएगी। पहला सरकार ने गल की थी घर घर रोजगार देने दी। यार चन्नी साहब नूं मैं एक गल कहनी चाहना, CM बन गए एक अलग गल है। 4.5 साल इन्होंने अपना डिपार्टमेंट हायर एजुकेशन का हाल देख लो। क्या ये हायर एजुकेशन के मिनिस्टर नहीं सीगे ते इन्होंने की कीता। ਹੁਣ ਮੈਨੂੰ ਪਤਾ ਲੱਗਾ ਕ੍ਰਿਸ਼ਨ ਕੁਮਾਰ ਜੀ ਪਹਿਲਾਂ ਹੁਣ ਚਲੇ ਗਏ ਹਾਇਰ ਐਜੂਕੇਸ਼ਨ 'ਚ, ਤੇ ਉਹਨਾਂ ਨੇ ਇੱਥੇ ਆ ਕੇ ਆਪਣੀਆਂ ਪਾਲਿਸੀਆਂ ਚਲੋ ਕਿਸੇ ਚੀਜ਼ ਨੂੰ ਲਾਗੂ ਕਰਨਾ, ਲੇਕਿਨ ਉਹਦੇ ਸਾਰੇ ਪਹਿਲੂ ਤਾਂ ਦੇਖੋ ਕੀ ਕਹਿ ਰਿਹਾ। ਜਿੰਪਾ ਸਾਹਿਬ ਨਵਾਂ ਨਾਰਾ ਇਹਨਾਂ ਨੇ ਦਿੱਤਾ ਹੈ ਘਰ ਘਰ ਦੇ ਵਿੱਚ ਚੱਲੀ ਗੱਲ, ਕੋਈ ਨਹੀਂ ਕਰਦਾ ਮਸਲੇ ਹਲੇ। ਕਿੰਨਾ ਕੁ ਸਹੀ ਲੱਗਦਾ ਸਰ? ਕੋਈ ਮਸਲਾ ਹੱਲ ਹੋਣ ਦਾ ਨਾ ਤਾਂ ਟਾਈਮ ਹੈ, ਨਾ ਉਹ ਮਸਲੇ ਹੱਲ ਕਰ ਸਕਦੇ ਆ। ਜਿਨ੍ਹਾਂ ਨੇ 4.5 ਸਾਲ 'ਚ ਆਪਣੇ ਡਿਪਾਰਟਮੈਂਟ ਦੇ ਮਸਲੇ ਨਹੀਂ ਹੱਲ ਕੀਤੇ, ਅਸੀਂ ਉਹਨਾਂ ਕੋਲ ਕਿੱਦਾਂ ਆਸ ਕਰ ਲਈ ਵੀ CM ਹੁੰਦੇ ਮਸਲੇ ਹੱਲ ਕਰ ਦੋਗੇ। ਉਹਨਾਂ ਦੇ ਹੁੰਦਿਆਂ ਕਿੰਨੇ ਮਸਲੇ ਰਹੇ ਆ। ਵੱਡੇ ਵੱਡੇ ਜਿਹੜੇ ਬੈਨਰ ਲੱਗੇ ਹੋਏ ਬਿਲਕੁਲ ਗਲਤ ਆ, ਬਿਲਕੁਲ ਰਾਜਨੀਤਿਕ ਬੈਨਰ ਹੈ। ਉਹਨਾਂ ਦੇ ਵਿੱਚੋਂ ਇਹਨਾਂ ਕੋਲ ਪ੍ਰੂਵ ਇੱਕ ਵੀ ਨਹੀਂ ਹੋਣਾ ਜੋ ਕਰ ਰਿਹਾ। ਇੱਕ ਮਿੰਟ ਠਹਿਰ ਜਾਓ, ਇਹ ਤਾਂ ਆਮ ਆਦਮੀ ਪਾਰਟੀ, ਮੈਨੂੰ ਕਹਿਣਾ ਨਹੀਂ ਚਾਹੀਦਾ, ਮੈਂ ਕੋਈ ਇੱਥੇ ਰਾਜਨੀਤੀ ਦੇ ਤੌਰ ਦੇ ਉੱਤੇ ਗੱਲ ਨਹੀਂ ਸੀ ਕਰਨੀ ਚਾਹੁੰਦਾ। ਇਹ ਤਾਂ ਜੇ ਬਿਜਲੀ ਅੰਦੋਲਨ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਾ ਇਹਨਾਂ ਨੂੰ ਇੱਥੇ ਲੈ ਕੇ ਆਉਂਦਾ, ਇਹਨੇ ਕੁਝ ਵੀ ਨਹੀਂ ਸੀ ਕਰਨਾ। ਇਹਨਾਂ ਨੇ 17-18 ਰੁਪਏ ਯੂਨਿਟ ਵੇਚਿਆ ਲੋਕਾਂ ਨੂੰ। ਉਹ ਕਿਹੜੇ ਪੈਸੇ ਆਫਟਰ ਆਲ ਕਿਹਦੀ ਜੇਬ 'ਚ ਗਏ? ਬਿਲਕੁਲ ਇਲੈਕਸ਼ਨ ਦੇ ਲਾਗੇ ਆ ਕੇ ਇਹ ਲੋਕਾਂ ਨਾਲ ਫੇਕ ਧੋਖਾ ਨਹੀਂ ਹੋ ਸਕਦਾ, ਕਿਉਂਕਿ ਰੇਟ ਘਟਾ ਕੇ ਉਹਨਾਂ ਨੂੰ ਫੇਰ ਆਪਣੇ ਨਾਲ ਖਿੱਚਣ ਦੀ ਕੋਈ ਬਿਲਕੁਲ ਧੋਖਾ ਆ। ਸਿੱਧੂ ਸਾਹਿਬ ਨੂੰ ਕੈਪਟਨ ਸਾਹਿਬ ਵੇਲੇ ਬਿਜਲੀ ਮਹਿਕਮਾ ਮਿਲਿਆ ਸੀਗਾ, ਤੇ ਫਿਰ ਉਹ ਬਿਜਲੀ ਮਹਿਕਮਾ ਕਿਉਂ ਛੱਡ ਕੇ ਚੱਲ ਗਿਆ? ਅਗਰ ਉਹਨਾਂ ਨੂੰ ਅਗਰ ਸਿੱਧੂ ਸਾਹਿਬ ਇੱਕ ਲੋਕ ਭਲਾਈ ਦੇ ਲਈ ਕੰਮ ਕਰਨਾ ਚਾਹੁੰਦੇ ਤਾਂ ਫਿਰ ਉਹ ਮਹਿਕਮਾ ਨਾ ਛੱਡਦੇ। ਉਹਨਾਂ ਨੂੰ ਪਤਾ ਹੀ ਬਿਜਲੀ ਮਹਿੰਗੀ ਹੈ ਪੰਜਾਬ 'ਚ। ਉਹ 18 ਮੰਗਾਂ ਲੈ ਕੇ ਹੁਣ ਜੋ ਗਏ ਪਾਰਟੀ ਕੋਲ, ਇਹ ਉਦੋਂ ਵੀ ਤਾਂ 18 ਮੰਗਾਂ ਸੀਗੀਆਂ, ਤੇ ਸਿੱਧੂ ਸਾਹਿਬ ਕਿਉਂ ਮਹਿਕਮਾ ਛੱਡ ਕੇ ਚਲੇ ਗਏ? ਉਹ ਅਗਰ ਲੋਕਾਂ ਦੇ ਲੋਕ ਹਿੱਤ ਦੇ ਵਿੱਚ ਕੰਮ ਕਰਨਾ ਚਾਹੁੰਦੇ ਸਿੱਧੂ ਸਾਹਿਬ ਵੀ, ਤਾਂ ਉਸੇ ਵੇਲੇ ਬਿਜਲੀ ਮਹਿਕਮੇ ਨੂੰ ਲੈ ਕੇ ਸਮਝੌਤੇ ਰੱਦ ਕਰਦੇ। ਉਸ ਵੇਲੇ ਲੋਕਾਂ ਨੂੰ ਰਾਹਤ ਮਿਲਦੀ। ਅੱਜ ਤੋਂ 2.5 ਸਾਲ ਪਹਿਲਾਂ ਆ ਕੇ 2 ਮਹੀਨੇ ਤੁਸੀਂ ਕਿਹੜੀ ਰਾਹਤ ਦੀ? ਅੱਛਾ ਇੱਕ ਗੱਲ ਹੈ, ਇਹ ਕੋਈ ਰਾਹਤ ਰੂਹਤ ਨਹੀਂ ਹੈਗੀ ਹੈ, ਇਹ ਸਾਰੇ ਇੱਕ ਲਿਫਾਫੇਬਾਜ਼ੀ ਹੈ। ਤੁਸੀਂ ਦੇਖੋ ਮੇਰੇ ਕੋਲ ਲੋਕ ਆਉਂਦੇ ਪਏ, ਮੈਂ ਐਜ਼ ਕਾਉਂਸਲਰ ਮੇਰੇ ਕੋਲ ਲੋਕ ਆਉਂਦੇ ਬਿੱਲ ਮਾਫ ਕਰਿਓ ਜੀ ਸਾਈਨ। ਮੈਂ ਜੇਈ ਨੂੰ ਫੋਨ ਕਰਦਾ, ਕਹਿੰਦਾ ਸਰ ਇਹ ਤਾਂ ਬਿੱਲ ਦੇ ਚੁੱਕਾ ਆ, ਇਹਨੂੰ ਕਾਹਦਾ ਮਾਫ ਹੈ? ਇਟ ਮੀਨਸ ਜਿਹੜਾ ਬੰਦਾ ਇਮਾਨਦਾਰੀ ਕਰ ਰਿਹਾ, ਜਿਹਨੇ ਬਿੱਲ ਦੇ ਦਿੱਤਾ ਉਹਨੂੰ ਸਜ਼ਾ ਆ। ਇਹ ਤਾਂ ਜਿਹਨੇ 1.5 ਸਾਲ ਤੋਂ ਨਹੀਂ ਦਿੱਤਾ। ਪ੍ਰੋਫੈਸਰਾਂ ਨੇ ਬੱਚਿਆਂ ਦਾ ਭਵਿੱਖ ਬਣਾਉਣਾ ਹੁੰਦਾ, ਉਹਨਾਂ ਨੂੰ ਆਪ ਦਰੀ ਵਿਛਾ ਕੇ ਧਰਨਾ ਦੇਣਾ ਪਵੇ, ਕਿੰਨਾ ਕੁ ਸਹੀ ਹੈ ਸਰ? ਇਹ ਮੈਂ ਪਹਿਲੀ ਵਾਰੀ ਸ਼ਾਮਲ ਹੋਇਆ ਧਰਨੇ ਦੇ ਵਿੱਚ। ਸੰਦੀਪ ਸਿਕਰੀ ਜੀ ਦਾ, ਅਰਨਜੀਤ ਜੀ ਦਾ ਮੈਨੂੰ ਫੋਨ ਆਇਆ, ਔਰ ਮੈਂ ਆਪ ਆ ਕੇ ਮੈਨੂੰ ਬੜੀ ਹੈਰਾਨੀ ਹੋਈ ਹੈ ਵੀ ਇਹਨਾਂ ਬੰਦਿਆਂ ਦੀ ਸਮਝ ਕਿੱਥੇ ਸਰਕਾਰਾਂ ਦੀ। ਇਹਨਾਂ ਦੇ ਜਿਹੜੇ ਬੜੇ ਬੜੇ ਅਸੀਂ IAS IPS ਅਫਸਰ ਬਿਠਾਏ ਹੁੰਦੇ ਆ, ਇਹਨਾਂ ਨੂੰ ਕਿਉਂ ਨਹੀਂ ਇਸ ਗੱਲ ਦੀ ਸਮਝ ਆਉਂਦੀ ਪਈ ਹੈ ਵੀ ਹੱਕ ਕਿਹਦਾ ਬਣਦਾ? ਜਿੱਥੇ ਇਨਸਾਫ ਆ ਨਹੀਂ ਉੱਥੇ ਕਾਹਦੀ ਸਰਕਾਰ ਹੈ? ਕਈਆਂ ਨੂੰ 10-12 ਸਾਲ ਵੀ ਹੋ ਚੁੱਕੇ ਆ, ਤੇ ਹੁਣ ਜੇ ਸਰਕਾਰ ਕਵੇ ਜਾਂ ਸਰਕਾਰ ਦੀਆਂ ਨੀਤੀਆਂ ਕਹਿਣ ਪਏ ਐਲੀਜੀਬਲ ਹੈ ਨਹੀਂ, ਇਹਨਾਂ ਨੂੰ ਐਲੀਜੀਬਿਲਟੀ ਦੁਆਰਾ ਅਪਰੂਵ ਕਰਨੀ ਪੈਣੀ ਆ। ਭਾਜੀ ਬਹੁਤ ਵੱਡਾ ਧੋਖਾ, ਕਿੰਨੀ ਗਲਤ ਨੀਤੀ ਹੋ ਸਕਦੀ, ਬਹੁਤ ਵੱਡਾ ਧੋਖਾ। ਐਜੂਕੇਸ਼ਨ ਦੇ ਅੱਗੇ ਨੂੰ ਅੱਗੇ ਨੂੰ ਕੋਈ ਨਾ ਤਾਂ ਬੱਚਿਆਂ ਨੂੰ ਪੜ੍ਹਾਉਣਾ ਚਾਹੂਗਾ, ਕੋਈ ਉਹ ਕਹੂਗਾ ਇਹਦੇ ਨਾਲ ਤਾਂ ਮਜ਼ਦੂਰੀ ਕਰ ਲੈ ਕਿਤੇ ਜਗ੍ਹਾ ਖਰੀਏ ਜਾ ਕੇ, ਤੂੰ 10ਵੀਂ 11ਵੀਂ ਕਰ, ਤੈਨੂੰ ਕੋਈ ਲੋੜ ਨਹੀਂ ਹੈਗੀ ਹੈ ਐਡੀਆਂ ਡਿਗਰੀਆਂ ਕਰਨ ਦੀ ਲੈ ਕੇ।
ਸਰ ਇਹ ਬਹੁਤ ਵੱਡਾ ਧੋਖਾ। ਔਰ ਵੇਖੋ ਜਿਹੜੀਆਂ ਸਰਕਾਰਾਂ ਹੱਕ ਨਹੀਂ ਦੇ ਸਕਦੀਆਂ ਉਹ ਸਰਕਾਰਾਂ ਕਿਸੇ ਕਾਬਲ ਨਹੀਂ ਹੈ। ਮਨੁੱਖਤਾ ਦਾ, ਧਰਮ ਦਾ ਔਰ ਮਨੁੱਖਤਾ ਦਾ ਪਹਿਲਾ ਸਿਧਾਂਤ ਹੈ ਇਨਸਾਫ। ਉਹ ਇਨਸਾਫ ਦੇ ਉੱਤੇ ਇਹ ਤਰਾਜੂ ਦੇ ਬਿਲਕੁਲ ਠੀਕ ਗੱਲ ਕਰ ਰਹੇ ਆ। ਕੀ ਰਣਨੀਤੀ ਰਹੂਗੀ ਜੀ ਅੱਗੇ? ਆਮ ਪਾਰਟੀ ਦੀ ਰਣਨੀਤੀ ਬਹੁਤ ਵੱਡੀ ਹੋਏਗੀ। ਪਹਿਲਾਂ ਐਜੂਕੇਸ਼ਨ ਲਈ, ਮੈਡੀਕਲ ਲਈ ਔਰ ਏਮਪਲੋਇਮੈਂਟ ਲਈ 3 ਪਾਲਿਸੀਆਂ, ਵੱਡੀਆਂ ਪਾਲਿਸੀਆਂ ਹੋਣੀਆਂ, ਜਿਨ੍ਹਾਂ ਦੇ ਵਿੱਚ ਐਕਸਪੀਰੀਅੰਸ ਹੋਲਡਰ ਟੀਚਰ ਜਿਹੜੇ ਹੈਗੇ ਆ, ਜਿਨ੍ਹਾਂ ਦਾ ਤਜਰਬਾ ਆ, ਜਿਨ੍ਹਾਂ ਨੇ ਟਾਈਮ ਦਿੱਤਾ, ਜਿਨ੍ਹਾਂ ਨੇ ਆਪਣਾ ਜਿਹੜਾ ਟਾਈਮ ਦਾ ਮੇਨ ਸਪੈਨ ਜਿਹੜਾ ਹੈਗਾ ਐਜੂਕੇਸ਼ਨ ਦੇ ਬੱਚਿਆਂ ਨੂੰ ਪੜ੍ਹਾਉਣ 'ਚ ਦੇ ਦਿੱਤਾ, ਸਭ ਤੋਂ ਫਸਟ ਪ੍ਰਾਇੋਰਟੀ ਉਹਨਾਂ ਦੀ ਰਹੇਗੀ। ਉਹਦੇ ਲਈ ਮੈਨੂੰ ਜਿੱਥੇ ਤੱਕ ਲੜਨਾ ਪਏਗਾ, ਅਗਰ ਮੇਰੇ ਕੋਲ ਕੱਲ੍ਹ ਨੂੰ ਕੋਈ ਪਰਮਾਤਮਾ ਕਰੇ ਮੇਰੇ ਕੋਲ ਬੋਲਣ ਦੀ ਕੋਈ ਸ਼ਕਤੀ ਆਉਂਦੀ, ਉਹ ਤਾਂ ਬਹੁਤ ਵਧੀਆ ਹੋਏਗੀ, ਤੇ ਫਿਰ ਤਾਂ ਇਹਨਾਂ ਨਾਲ ਖੜੇ ਹੋ ਕੇ ਕਰਾਂਗੇ। ਧੰਨਵਾਦ ਜੀ, ਜੈ ਹਿੰਦ। ਅੱਜ ਜੋ ਸਾਡਾ ਇਹ ਮੁਕੰਮਲ ਹੜਤਾਲ ਚੱਲ ਰਹੀ ਆ, ਸਾਡੇ 962 ਪ੍ਰੋਫੈਸਰ ਜਿਨ੍ਹਾਂ ਨੂੰ ਨਾਦਰਸ਼ਾਹੀ ਫਰਮਾਨ ਦੇ ਨਾਲ ਯਕਦਮ ਇਹ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਆਪਣਾ ਬੋਰੀ ਬਿਸਤਰਾ ਗੋਲ ਕਰ ਲਓ, ਅਸੀਂ ਤੁਹਾਡੀ ਜਗ੍ਹਾ 28 ਤਰੀਕ ਨੂੰ ਜਿਹੜੇ ਪੱਕੇ ਪਰਮਾਨੈਂਟ ਜਿਹੜੇ ਆ ਪ੍ਰੋਫੈਸਰ ਲਿਆ ਕੇ ਦੇਣੇ ਆ। ਮੈਂ ਇਸ ਸਰਕਾਰ ਦੇ ਰਵੱਈਏ ਤੇ ਬੜਾ ਹੈਰਾਨ ਆ ਕਿ ਇੱਕ ਪਾਸੇ ਤਾਂ ਇਹ ਐਜੂਕੇਸ਼ਨ ਨੂੰ ਕਹਿੰਦੇ ਆ ਸਾਡੀ ਰੀੜ੍ਹ ਦੀ ਹੱਡੀ ਆ, ਜਿਹੜਾ ਯੂਥ ਆ ਰੀੜ੍ਹ ਦੀ ਹੱਡੀ ਆ। ਜਿਨ੍ਹਾਂ ਪ੍ਰੋਫੈਸਰਾਂ ਦੀਆਂ ਅਸੀਂ 15-15 16-16 ਸਾਲ ਸੇਵਾਵਾਂ ਲੈ ਕੇ ਹੁਣ ਅਸੀਂ ਉਹਨਾਂ ਦੇ ਲੱਤ ਮਾਰ ਕੇ ਉਹਨਾਂ ਨੂੰ ਬਾਹਰ ਕੱਢਣ ਦੀ ਤਿਆਰੀ ਕਰ ਰਹੇ ਹਾਂ। ਬਿਲਕੁਲ ਜਿੱਦਾਂ ਤੁਸੀਂ ਦੱਸਿਆ ਵੀ 15-15 16-16 ਸਾਲ ਜਿਹੜੀ ਉਹਨਾਂ ਦੀਆਂ ਸੇਵਾਵਾਂ ਲਈਆਂ ਆ, ਤੇ ਜੇ ਹੁਣ ਸਰਕਾਰ ਜਾਂ ਸਰਕਾਰ ਦੀਆਂ ਨੀਤੀਆਂ ਇਹ ਕਹਿਣ ਜਾਂ ਸਰਕਾਰ ਦੇ ਨੁਮਾਇੰਦੇ ਇਹ ਕਹਿਣ ਵੀ ਐਲੀਜੀਬਲ ਨਹੀਂ ਹੈ, ਜਾਂ ਤਾਂ ਉਹਨਾਂ ਨੇ 15-16 ਸਾਲ ਸਟੂਡੈਂਟ ਨਾਲ ਧੋਖਾ ਪਹਿਲਾਂ ਕੀਤਾ ਤੇ ਜਾਂ ਹੁਣ ਜਿਹੜਾ ਇਹਨਾਂ ਨਾਲ ਧੋਖਾ ਕਰ ਰਿਹਾ, ਕੀ ਕਹੋਗੇ ਇਹਦੇ ਬਾਰੇ? ਦੇਖੋ ਜੀ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ, ਹੁਣ ਤਾਂ ਇਲੈਕਸ਼ਨ ਈਅਰ ਵੀ ਨਹੀਂ, ਇਲੈਕਸ਼ਨ ਮੰਥ ਕਹਿ ਕੇ ਗੱਲ ਮੈਂ ਕਰਦਾ, ਇਹਨਾਂ ਨੂੰ ਵੀ ਖਮਿਆਜਾ ਆਪਣੇ ਆਪ ਭੁਗਤਣਾ ਪਊਗਾ। ਇਹ 962 ਪ੍ਰੋਫੈਸਰ ਨਾ ਸਮਝਣ, 962 ਪ੍ਰੋਫੈਸਰਾਂ ਦੇ ਕੋਲ 15-15 16-16 ਸਾਲਾਂ ਤੋਂ ਜਿਹੜੇ ਇੱਕ ਨਰਸਰੀ ਤਿਆਰ ਹੋ ਕੇ, ਜਿਹੜੇ ਇੱਕ ਪੌਦੇ ਤਿਆਰ ਹੋ ਕੇ ਜਿਹੜੇ ਆ ਇਸ ਪਬਲਿਕ ਦੇ ਵਿੱਚ ਗਏ ਆ। ਫਿਰ ਅਸੀਂ ਇਹ ਗੱਲ ਉਹਨਾਂ ਦੇ ਕੋਲ ਘਰ ਘਰ ਤੱਕ ਲੈ ਕੇ ਜਾਵਾਂਗੇ। ਫਿਰ ਇਹਨਾਂ ਦੀ ਜੋ ਪਹਿਲੀ ਤਾਂ ਗੱਲ ਮੈਂ ਹੈਰਾਨ ਆ ਕਿ ਜਿਹੜੀਆਂ ਇਹ ਚੋਣ ਮੈਨੀਫੈਸਟੋ ਬਣਾਉਂਦੀਆਂ ਸਰਕਾਰਾਂ, ਇਜ਼ ਇਟ ਪੋਸੀਬਲ ਕਿ ਘਰ ਘਰ ਨੌਕਰੀ ਪੱਕੀ, ਕਿਸ ਬਿਨਾਹ ਦੇ ਉੱਤੇ ਘਰ ਘਰ ਨੌਕਰੀ ਪੱਕੀ ਦਾ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰ ਰਹੇ ਸੀ। ਮੈਂ ਅੱਜ ਤੁਹਾਡੇ ਇੱਕ ਹੋਰ ਇਹ ਧਿਆਨ ਦਿਵਾਉਣਾ ਇੱਕ ਗੱਲ, PPSC ਦੀਆਂ 5 ਪੋਸਟਾਂ ਜਿਹੜੀਆਂ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਕੱਢੀਆਂ ਸੀਗੀਆਂ ਡਿਪਟੀ ਡਾਇਰੈਕਟਰ ਦੀਆਂ, ਅੱਜ ਤੱਕ ਇਹਨਾਂ ਤੋਂ ਉਹ ਤਾਂ ਭਰੀਆਂ ਨਹੀਂ। ਚੰਨੀ ਸਾਹਿਬ ਆਪ ਟੈਕਨੀਕਲ ਇੰਡਸਟਰੀਅਲ ਮਿਨਿਸਟਰ ਸੀਗੇ, ਅਸੀਂ ਖੁਦ ਉਹਨਾਂ ਦਾ ਵਫਦ ਲੈ ਕੇ ਮਿਲ ਕੇ ਉਹਨਾਂ ਕੋਲ ਗਏ, ਜਦ ਕਿ ਉਹ PPSC ਦੇ ਵਿੱਚੋਂ ਪਾਸ ਕਰ ਚੁੱਕੇ ਆ, ਸਿਰਫ ਉਹਨਾਂ ਨੂੰ ਜੁਆਇਨਿੰਗ ਦੇਣੀ ਆ। ਚੰਨੀ ਸਾਹਿਬ ਤੋਂ ਉਹਨਾਂ ਡਿਪਟੀ ਡਾਇਰੈਕਟਰਾਂ ਨੂੰ ਤਾਂ ਕੋਈ ਅਪਾਇੰਟਮੈਂਟ ਦੇ ਨਹੀਂ ਹੋਈ, ਤੇ ਇੱਧਰ ਇਹਨਾਂ ਨੂੰ ਜ਼ਿਆਦਾ ਧਿਆਨ ਆਇਆ ਐਜੂਕੇਸ਼ਨ ਦਾ। ਸਭ ਤੋਂ ਵੱਡੀ ਗੱਲ, ਕ੍ਰਿਸ਼ਨ ਕੁਮਾਰ ਜੀ ਦੀ ਮੈਂ ਬਹੁਤ ਇੱਜ਼ਤ ਕਰਦਾ ਸੀ, ਪਰ ਉਹਨਾਂ ਦੇ ਜੋ ਨਾਦਰਸ਼ਾਹੀ ਫਰਮਾਨ ਆ ਉਹ ਦੇਖ ਕੇ ਬੰਦਾ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਵਾਲੀ ਗੱਲ ਆ ਕਿ ਜੋ ਉਹਨਾਂ ਨੇ ਫਰਮਾਨ ਭੇਜੇ ਆ। ਦੇਖੋ ਕਿ PPSC ਦੀਆਂ ਪੋਸਟਾਂ ਨੂੰ ਇਹ ਕਹਿੰਦੇ 28 ਤਰੀਕ ਨੂੰ ਅਸੀਂ ਅਪਾਇੰਟਮੈਂਟ ਲੈਟਰ ਦੇ ਦੇਣੇ, ਐਸੇ ਮਹੀਨੇ 20 ਤੇ 21 ਤਰੀਕ ਨੂੰ ਟੈਸਟ ਤੇ 28 ਤਰੀਕ ਨੂੰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਦੇਣੇ ਆ। ਵੀ ਕਿਸ ਤਰੀਕੇ ਦੇ ਨਾਲ ਇਹ ਇਸ ਹਾਇਰ ਐਜੂਕੇਸ਼ਨ ਦੇ ਵਿੱਚ ਭਰਤੀ ਕਰਨਗੇ, ਮੈਨੂੰ ਤਾਂ ਪਤਾ ਨਹੀਂ ਲੱਗਦਾ ਇਹਨਾਂ ਨੇ ਕਿਹੜਾ ਫਾਰਮੂਲਾ ਲਾਉਣਾ। ਤੇ ਮੈਸੇਜ ਬੜੇ ਪਿਆਰ ਦੇ ਨਾਲ ਪਾ ਰਹੇ ਆ ਵੀ ਤੁਸੀਂ ਆਪਣੀ ਤਿਆਰੀ ਕਰੋ। ਕਿਸ ਤਰੀਕੇ ਦੇ ਨਾਲ ਤਿਆਰੀ ਕਰੀਏ? ਜੇ ਇੱਥੇ ਕਈ ਤਾਂ ਹੁਣ ਸਾਡੇ ਵਿਦਿਆਰਥੀ ਜਿਹੜੇ ਆ ਉਹ ਸਾਡੇ ਨਾਲ ਉਸ ਟੈਸਟ ਦੇ ਵਿੱਚ ਬੈਠਣਗੇ, ਉਹਨਾਂ ਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਕੰਪੀਟ ਕਰਾਂਗੇ? ਅੱਜ ਦੀ ਟੈਕਨੋਲੋਜੀ ਦਾ, ਅੱਜ ਦੀ ਐਜੂਕੇਸ਼ਨ ਦਾ, ਜਾਂ ਜੋ ਮੇਰੀ 10 ਸਾਲ ਪਹਿਲੇ ਸੋਚ ਸੀ, ਮੇਰੇ ਸਰੀਰ ਦੇ ਵਿੱਚ 10 ਸਾਲ ਪਹਿਲੇ ਸੱਤਿਆ ਸੀ, ਉਹ ਅੱਜ ਹੋਏਗੀ। 15 ਸਾਲ ਬਾਅਦ ਇੱਕ ਬੱਚਾ ਜਿਹੜਾ ਜਵਾਨ ਜੰਮ ਕੇ 15 ਸਾਲਾਂ ਦਾ ਹੋ ਕੇ ਉਹਦੀ ਜ਼ਿੰਦਗੀ ਦੇ ਵਿੱਚ ਕਿਸੇ ਤਰੀਕੇ ਦੀ ਚੇਂਜ ਆਉਂਦੀ ਆ, ਤੇ ਜਦੋਂ ਬੰਦਾ 30 ਸਾਲ ਤੋਂ 45 ਸਾਲ ਦੀ ਉਮਰ ਦੇ ਵਿੱਚ ਹੋਵੇ, ਉਹਦਾ ਜਿਹੜਾ ਆਪਾਂ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਮੁਕਾਬਲਾ ਕਰਾਂਗੇ? ਸੋ ਸਾਡੀ ਇਹ ਪੁਰਜੋਰ ਜਿਹੜੀ ਪ੍ਰਸ਼ਾਸਨ ਕੋਲ, ਸਾਡੀ ਚੰਨੀ ਸਾਹਿਬ ਕੋਲੋਂ ਇਹ ਮੰਗਿਆ ਕਿ ਇਹ ਜਿਹੜੇ ਵੀ ਇਹਨਾਂ ਨੇ ਫਰਮਾਨ ਕੱਢੇ ਆ, ਇਹਨਾਂ ਨੂੰ ਨਕਾਰਦਿਆਂ ਹੋਇਆਂ, ਇਹਨਾਂ ਨੂੰ ਰੱਦ ਕਰਦਿਆਂ ਹੋਇਆਂ, ਪਹਿਲੇ ਨੰਬਰ ਤੇ 962 ਜਿਹੜੇ ਐਜੂਕੇਸ਼ਨ ਦੇ ਵਿੱਚ ਗੈਸਟ ਫੈਕਲਟੀ ਲੈਕਚਰਰ ਆ ਉਹਨਾਂ ਦਾ ਧਿਆਨ ਕਰਨ। ਪਾਰਟ ਟਾਈਮਰ ਜਿਹੜੇ ਸਾਡੇ ਤੋਂ ਵੀ ਪੁਰਾਣੇ ਆ, ਉਹਨਾਂ ਨੂੰ 25-25 ਸਾਲ ਹੋ ਗਏ ਆ, ਉਹਨਾਂ ਦਾ ਧਿਆਨ ਕਰਨ। ਫਿਰ ਇਹ ਕਿਸੇ ਹੋਰ ਜਿਹੜੀ ਦੀ ਭਰਤੀ ਕਰਨ। ਜੇ ਇਹਨਾਂ ਨੂੰ ਕੋਈ ਤੰਗੀ ਲੱਗਦੀ ਆ, ਸਾਡੇ ਰਿਜ਼ਲਟ ਚੈੱਕ ਕਰ ਲੈਣ। ਜੇਕਰ ਇਹ ਸਾਨੂੰ ਕਹਿ ਤਾਂ ਹੀ ਸਕਦੇ ਆ ਨਾ ਵੀ ਇਹਨਾਂ ਦੀ ਜਿਹੜੀ ਐਲੀਜੀਬਿਲਟੀ ਨਹੀਂ ਪੂਰੀ। ਜੇ ਐਲੀਜੀਬਿਲਟੀ ਪੂਰੀ ਨਹੀਂ ਸੀ ਤਾਂ ਸਾਡੇ ਤੋਂ ਇੰਨੀ ਦੇਰ ਸੇਵਾਵਾਂ ਕਿਉਂ ਲਈਆਂ, ਇਹ ਕਾਲਜ ਕਿਉਂ ਚਲਾਏ? ਇਹਨਾਂ ਦੀ ਨਲਾਇਕੀ ਸਰਕਾਰ ਦੀ ਮੈਂ ਹੋਰ ਵੀ ਦੱਸਣੀ ਚਾਹਾਂਗਾ ਕਿ ਜਿਹੜੇ ਇਹਨਾਂ ਨੇ ਕਾਲਜ ਤਾਂ ਨਵੇਂ ਖੋਲ੍ਹ ਦਿੱਤੇ, ਉਹ ਕਾਲਜ ਜਿਹੜੇ ਆ ਬਿਲਡਿੰਗਾਂ ਦੇ ਨਾਲ ਨਹੀਂ ਚੱਲਣੇ, ਇਮਾਰਤਾਂ ਦੇ ਨਾਲ ਨਹੀਂ ਚੱਲਣੇ। ਉੱਥੇ ਬੱਚੇ ਚਾਹੀਦੇ ਆ, ਉੱਥੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਟੀਚਰ ਚਾਹੀਦੇ ਆ।
ਟੀਚਰਾਂ ਦੀ ਐਡਜਸਟਮੈਂਟ ਕੀਤੀ ਗਈ ਆ। ਗਵਰਨਮੈਂਟ ਕਾਲਜ ਵਾਲਾ ਟੀਚਰ ਜਿਹੜਾ ਮੁਖਲੀਆਂ ਨੇ ਜਾ ਕੇ ਵੀ ਕਲਾਸਾਂ ਲਾਊਗਾ। ਗਵਰਨਮੈਂਟ ਕਾਲਜ ਹੁਸ਼ਿਆਰਪੁਰ ਦਾ ਟੀਚਰ ਜਿਹੜਾ ਆ ਜਨੌੜੀ ਜਾ ਕੇ ਢੋਲਵਾਹੇ ਜਾ ਕੇ ਕਲਾਸਾਂ ਲਾਊਗਾ। ਤਲਵਾੜੇ ਦਾ ਜਿਹੜਾ ਪ੍ਰੋਫੈਸਰ ਆ ਉਹ 1 ਹਫ਼ਤਾ ਜਾ ਕੇ ਉੱਥੇ ਕਲਾਸਾਂ ਲਾਊਗਾ। ਇਹ ਪਤਾ ਨਹੀਂ ਕਿਹੋ ਜਿਹੇ ਆ, ਇਹ ਘਰ ਘਰ ਨੌਕਰੀ ਦੇਣ ਡਿਆ ਆ।